ਦੂਜਾ ਬੋਲਦਾ, ਕੁੜੀਆਂ ਤਾਂ ਗੋਹਾ ਸਿੱਟਣ ਗਈਆਂ ਵਿਗੜ ਜਾਂਦੀਆਂ, ਉਹ ਤੂੰ ਇਹਨੂੰ ਬਾਹਰ ਪੜਨ ਭੇਜੀ ਜਾਨਾ, ਇਹ ਤਾਂ ਹੱਥੋਂ ਗਈ ਸਮਝੀ। ਫੇਰ ਨਾਲ ਤੂੰ ਪੜ ਕੇ ਇਹਦੀ ਤਨਖਾਹ ਖਾਣੀ, ਤੋਰਨੀ ਤਾਂ ਬਗਾਨੇ ਘਰ ਆ। ਬਦਨਾਮੀ ਖੱਟੇ ਬਿਨ ਤੋਰ ਦੇਗਾ ਤਾਂ ਮਗਰੋਂ ਤੇਰੇ ਤੇ ਤੇਰੇ ਪਰਿਵਾਰ ਦੀ ਜ਼ਿੰਦਗੀ ਖੁਸ਼ਹਾਲੀ ਲੰਘ ਜੂ, ਨਹੀਂ ਤਾਂ ਭਰਾਵਾ ਸੁਣੀ ਜਾਈ ਸਾਰੀ ਉਮਰ ਲੋਕਾਂ ਦੇ ਮਿਹਣੇ। ਬਾਈ ਮੈਨੂੰ ਤਾਂ ਸਾਰਾ ਪਤਾ, ਸਾਡੇ ਰਿਸ਼ਤੇਦਾਰਾਂ ਦੀ ਕੁੜੀ ਪੜ੍ਹਦੀ ਸੀ ਬਾਹਰ ਆ, ਪੜ੍ਹਾਉਣ ਵਾਲੇ ਹੀ ਮਾੜੇ ਚੰਗੇ ਕੰਮ ਕਰਦੇ ਕੁੜੀਆਂ ਨਾਲ, ਹੋਰ ਐਵੇਂ ਥੋੜਾ ਮੁਫਤ ਪੜ੍ਹਾਈ ਕਰਾਉਂਦੇ। ਬਾਕੀ ਦਲੇਰਾ ਤੇਰੀ ਮਰਜ਼ੀ ਬਾਈ, ਤੇਰੀ ਕੁੜੀ ਆ, ਜਿਵੇਂ ਮਰਜ਼ੀ ਕਰ। ਦਲੇਰ ਸਿਉ ਨੇ ਪੜ੍ਹੇ ਲਿਖੇ ਪਿੰਡ ਦੇ ਫੌਜੀ ਮੁੰਡੇ ਦੀ ਸਲਾਹ ਲਈ ਤਾਂ ਉਹਨੇ ਵੀ ਇਹੀ ਕਿਹਾ ਕਿ ਚਾਚਾ ਕੋਈ ਫਾਇਦਾ ਨਹੀਂ ਕੁੜੀਆਂ ਨੂੰ ਬਾਹਰ ਭੇਜੇ ਦਾ, ਉੱਥੇ ਆਪ ਮੁਹਾਰੀਆਂ ਹੋ ਕੇ ਪੁੱਠੇ ਸਿੱਧੇ ਕੰਮ ਕਰਦੀਆਂ। ਪੜ੍ਹੇ ਲਿਖੇ ਲੋਕਾਂ ਦੀ ਵੀ ਆ ਸੋਚ ਦੇਖ ਕੇ ਦਲੇਰ ਸਿੰਘ ਦਾ ਇੱਕ ਵਾਰੀ ਤਾਂ ਮਨ ਡੋਲ ਗਿਆ। ਘਰ ਆਉਂਦੇ ਹੀ ਪਿਓ ਦਾ ਚਿਹਰਾ ਦੇਖ ਕੇ ਕਰਮ ਸਮਝ ਗਈ ਕਿ ਉਸਦਾ ਪਿਓ ਕਿਹੜੇ ਫਿਕਰਾਂ 'ਚ ਡੁੱਬਾ ਏ। ਕਰਮ ਨੇ ਆਪਣੇ ਪਿਓ ਨੂੰ ਤਸੱਲੀ ਕਰਾਈ ਕਿ ਬਾਪੂ ਤੂੰ ਮੈਨੂੰ ਪੁੱਤਾਂ ਵਾਂਗੂ ਪਾਲਿਆ, ਮੈਂ ਤੇਰਾ ਪੁੱਤ ਬਣ ਕੇ ਦਿਖਾਊਂ, ਮੈਂ ਤੇਰੀ ਪੱਗ ਨੂੰ ਦਾਗ ਨਹੀਂ ਲਾਉਣਾ, ਚਾਹੇ ਮੈਂ ਮਰਦੀ ਮਰ ਜਾਂ, ਤੂੰ ਭੋਰਾ ਫਿਕਰ ਨਾ ਕਰ ਬਾਪੂ, ਮੈਂ ਤੇਰਾ ਕੱਦ ਲੋਕਾਂ ਦੀਆਂ ਨਜ਼ਰਾਂ 'ਚ ਹੋਰ ਵੀ ਉੱਚਾ ਕਰੂੰਗੀ, ਮੈਂ ਪੜ੍ਹ ਲਿਖ ਕੇ ਵੱਡੀ ਅਫਸਰਨੀ ਬਣ ਕੇ ਇਹਨਾਂ ਲੋਕਾਂ ਦੇ ਮੂੰਹ ਬੰਦ ਕਰੂੰ ਜਿਹੜੇ ਅੱਜ ਤੈਨੂੰ ਮਿਹਣੇ ਮਾਰਦੇ ਆ। ਫੇਰ ਵੀ ਜੇ ਤੈਨੂੰ ਆਪਣੀ ਧੀ ਉੱਤੇ ਰਤਾ ਜਿੰਨਾ ਵੀ ਸ਼ੱਕ ਹੈ ਤਾਂ ਮੈਨੂੰ ਨਹੀਂ ਚਾਹੀਦੀ ਇਹੋ ਜਿਹੀ ਪੜ੍ਹਾਈ, ਜਿਹੜੀ ਪੜ੍ਹਾਈ ਮੇਰੇ ਪਿਓ ਨੂੰ ਫਿਕਰਾਂ ਵਿੱਚ ਡੋਬ ਦੇਵੇ। ਉਹ ਪੜ੍ਹਾਈ ਮੈਂ ਕਰਨੀ ਹੀ ਨਹੀਂ। ਤੁਸੀਂ ਅੱਜ ਹੀ ਕੋਚ ਸਾਹਿਬ ਨੂੰ ਕਹਿ ਆਓ, ਉਹ ਹੋਰ ਕਿਸੇ ਬੱਚੀ ਨੂੰ ਚੁਣ ਲੈਣਗੇ ਇਸ ਵਿੰਗ ਲਈ। ਮੈਂ ਕਿਤੇ ਨਹੀਂ ਜਾਣਾ ਤੁਹਾਨੂੰ ਇਸ ਤਰ੍ਹਾਂ ਛੱਡ ਕੇ। ਧੀ ਦੀਆਂ ਤਸੱਲੀਆਂ ਭਰੀਆਂ ਗੱਲਾਂ ਨੇ ਦਲੇਰ ਸਿੰਘ ਦੇ ਜ਼ਖਮਾਂ ਉੱਤੇ ਮਲਮ ਵਾਲਾ ਕੰਮ ਕੀਤਾ ਸੀ। ਗੁੱਜਰ ਨੇ ਵੀ ਆਪਣੀ ਧੀ ਦੀ ਸਲਾਹੀਤਾ ਕਰਕੇ ਦਲੇਰ ਸਿੰਘ ਦੇ ਉਖੜੇ ਹੋਏ ਜਜ਼ਬਾਤਾਂ ਅਤੇ ਦਿਮਾਗ ਵਿੱਚ ਬੁਰੇ ਖਿਆਲਾਂ ਦੇ ਦੌੜਦੇ ਘੋੜੇ ਨੂੰ ਠੱਲ ਪਾਈ ਸੀ। ਕਰਮ ਦੇ ਭਰਾ ਨੇ ਵੀ ਦਲੇਰ ਸਿਉ ਨੂੰ ਇਹੀ ਕਿਹਾ ਸੀ ਕਿ ਬਾਪੂ ਅਸੀਂ ਤਾਂ ਮੁੰਡੇ ਆ, ਜੇ ਨਾ ਵੀ ਪੜ੍ਹੇ ਆਪਦੀ ਜ਼ਮੀਨ ਤੇ ਖੇਤੀ ਕਰ ਲਵਾਂਗੇ, ਤੂੰ ਸਾਡੀ ਭੈਣ ਨੂੰ ਪੜ੍ਹਾ ਲਿਖਾ ਕੇ ਉਹਦੇ ਪੈਰਾਂ ਤੇ ਖੜਾ ਕਰ ਦੇ ਤਾਂ ਕਿ ਕੱਲ ਨੂੰ ਉਹਨਾਂ ਨੂੰ ਆਪਦੀ ਜ਼ਿੰਦਗੀ ਦਾ ਫਿਕਰ ਨਾ ਰਹੇ। ਉਹ ਬਗਾਨੇ ਘਰੇ ਜਾ ਕੇ ਕਿਸੇ ਬਗਾਨੇ ਦੇ ਹੱਥਾਂ ਵੱਲ ਨਾ ਝਾਕੇ, ਆਪ ਕਮਾ ਕੇ ਖਾਣ ਜੋਗੀ ਹੋ ਜੇ ਅਤੇ ਇੱਜ਼ਤ ਭਰੀ ਜ਼ਿੰਦਗੀ ਜੀ ਲਵੇ। ਭਰਾ ਦੇ ਇਸ ਤਿਆਗ ਨੂੰ ਸੁਣ ਕੇ ਕਰਮ ਦਾ ਮਨ ਛਲਕ ਉੱਠਿਆ ਸੀ ਅਤੇ ਪਰਿਵਾਰ ਦਾ ਉਹਦੇ ਪ੍ਰਤੀ ਇੰਨਾ ਮੋਹ ਅਤੇ ਅਥਾਹ ਵਿਸ਼ਵਾਸ ਦੇਖ ਕੇ ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਗਏ। ਪਰ ਉਸ ਦਾ ਕੁਝ ਬਣਨ ਦਾ ਨਿਸ਼ਚਾ ਹੋਰ ਹੀ ਦ੍ਰਿੜ ਹੋ ਗਿਆ ਸੀ। ਕਰਮ ਉੱਪਰ ਉਹਦੇ ਪਿਓ ਨੂੰ ਆਪਣੇ ਆਪ ਤੋਂ ਵੀ ਵੱਧ ਕੇ ਵਿਸ਼ਵਾਸ ਸੀ, ਪਰ ਘਰਵਾਲੀ ਅਤੇ ਪੁੱਤਰਾਂ ਦੇ ਬੋਲਾਂ ਨੇ ਲੋਕਾਂ ਦੇ ਤਾਨਿਆਂ ਕਰਕੇ ਡੋਲੇ ਮਨ ਨੂੰ ਹੁਣ ਫੈਸਲਾ ਲੈਣ ਲਈ ਪੱਕਾ ਕਰ ਦਿੱਤਾ ਸੀ। ਫੈਸਲਾ ਲੈਣਾ ਭਾਵੇਂ ਔਖਾ ਸੀ, ਪਰ ਦਲੇਰ ਸਿੰਘ ਨੇ ਪੱਕਾ ਫੈਸਲਾ ਕਰ ਲਿਆ ਸੀ ਅਤੇ ਕੋਚ ਸਾਹਿਬ ਨੂੰ ਸੁਨੇਹਾ ਭੇਜ ਦਿੱਤਾ ਸੀ। ਕੋਚ ਸਾਹਿਬ ਨੇ ਸੁਨੇਹਾ ਮਿਲਦੇ ਹੀ ਖੁਦ ਕਰਮ ਦੇ ਘਰ ਆ ਕੇ ਉਹਦੀ ਵਿੰਗ ਵਿੱਚ ਐਂਟਰੀ ਅਤੇ ਅਗਲੇਰੀ ਪੜ੍ਹਾਈ ਸੰਬੰਧੀ ਫਾਰਮ ਵਗੈਰਾ ਭਰਵਾ ਕੇ ਜਲਦੀ ਹੀ ਉਹਨੂੰ ਵਿੰਗ ਵਿੱਚ ਆਉਣ ਦੀ ਤਰੀਕ ਦੱਸਣ ਦਾ ਕਹਿ ਕੇ ਚਲੇ ਗਏ। ਤੇ ਅੱਜ ਉਹੀ ਦਿਨ ਸੀ ਜਿਹੜਾ ਕਰਮ ਦੇ ਪੈਰ ਧਰਤੀ ਤੇ ਨਹੀਂ ਲੱਗਣ ਦੇ ਰਿਹਾ ਸੀ। ਉਹਦਾ ਸਾਰਾ ਪਰਿਵਾਰ ਦਿਲੋਂ ਕਰਮ ਦੇ ਜਾਣ ਤੇ ਭਾਵੇਂ ਉਦਾਸ ਸੀ, ਪਰ ਉਹ ਕਰਮ ਦੀ ਜ਼ਿੰਦਗੀ ਬਣਾ ਦੇਣ ਵਾਲੇ ਇਸ ਫੈਸਲੇ ਲਈ ਬੜੇ ਖੁਸ਼ ਸਨ। ਸਾਰੇ ਖੁਸ਼ੀ-ਖੁਸ਼ੀ ਕਰਮ ਦੇ ਜਾਣ ਦੀ ਤਿਆਰੀ ਕਰ ਰਹੇ ਸਨ। ਕਰਮ ਨੇ ਆਪਣਾ ਸਾਰਾ ਸਮਾਨ ਬੰਨ੍ਹ ਲਿਆ ਸੀ ਅਤੇ ਉਸ ਦੀ ਬੇਬੇ ਨੇ ਉਹਦੇ ਲਈ ਪਿੰਨੀਆਂ ਬਣਾ ਕੇ ਪੀਪਾ ਭਰ ਦਿੱਤਾ ਸੀ ਤਾਂ ਕਿ ਜੇਕਰ ਕਦੇ ਹੋਸਟਲ ਵਿੱਚ ਰੋਟੀ ਲੇਟ ਬਣੇ ਤਾਂ ਉਹਨੂੰ ਭੁੱਖੀ ਨਾ ਰਹਿਣਾ ਪਵੇ। ਅੱਧਾ ਕੁ ਪਿੰਡ ਕਰਮ ਲਈ ਬੜਾ ਖੁਸ਼ ਸੀ ਕਿ ਚਲੋ ਸਾਡੇ ਪਿੰਡ ਦੀ ਕੁੜੀ ਵੀ ਬਾਹਰ ਪੜਨ ਚੱਲੀ ਹੈ, ਕੁਝ ਬਣ ਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰੂਗੀ। ਪਰ ਕੁਝ ਕੁ ਪਿਛੜੀ ਸੋਚ ਦੇ ਮਾਲਿਕ ਅੱਜ ਵੀ ਉਹੀ ਗੱਲਾਂ ਕਰੀ ਜਾ ਰਹੇ ਸਨ। ਉਹਨਾਂ ਲੋਕਾਂ ਵਿੱਚ ਕਰਮ ਦੀ ਚਾਚੀ ਸੀਤੋ ਵੀ ਸ਼ਾਮਲ ਸੀ। ਸੀਤੋ ਨਾਲ ਭਾਵੇਂ ਦੀਵਾਨਾਂ ਵਾਲੇ ਦਿਨ ਖੇਤ ਪਏ ਗਧੇ ਵਾਲੀ ਹੋਈ ਸੀ, ਪਰ ਉਹ ਆਪਣੀ ਆਦਤ ਤੋਂ ਮਜਬੂਰ ਸੀ, ਇਸ ਲਈ ਆਪਣੀਆਂ ਆਦਤਾਂ ਛੱਡ ਨਹੀਂ ਸਕਦੀ ਸੀ। ਦੂਜਿਆਂ ਨੂੰ ਤਾਨੇ ਮਾਰਨਾ ਤੇ ਹਰ ਇੱਕ ਦੇ ਕੰਮ ਵਿੱਚ ਲੱਤ ਅੜਾਉਣਾ ਉਹਦੀ ਖਾਸੀਅਤ ਸੀ। ਅੱਜ ਵੀ ਸੀਤੋ ਨੇ ਕੋਈ ਚੰਗੀ ਨਹੀਂ ਗੁਜ਼ਾਰੀ ਸੀ ਕਰਮ ਨਾਲ।
ਅੱਜ ਵੀ ਉਹਨੇ ਗੱਲੀ ਬਾਤੀ ਹਜ਼ਾਰਾਂ ਗੱਲਾਂ ਕਰਮ ਅਤੇ ਉਹਦੇ ਪਰਿਵਾਰ ਨੂੰ ਸੁਣਾਈਆਂ ਸਨ। ਬਲਕਿ ਅੱਜ ਤਾਂ ਉਹਨੇ ਇੱਕ ਥਾਪੜ ਕੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੇਰਾ ਨਾਂ ਵਟਾ ਦਿਓ। ਜੇਕਰ ਇਹ ਕੁੜੀ ਆਪਦੇ ਪਿਓ ਦੀ ਇੱਜ਼ਤ ਨੂੰ ਦਾਗ ਲਾਏ ਬਿਨਾ ਹੁਣ ਘਰੇ ਪੈਰ ਪਾ ਜੇ, ਇੱਕ ਦਿਨ ਖੂਨ ਦੇ ਹੰਝੂ ਰੋਏਗਾ ਸ਼ਰੀਕਾ। ਇਸ ਕੁੜੀ ਨੂੰ ਬਾਹਰ ਪੜ੍ਹਨੇ ਪਾ ਕੇ ਉਸ ਦਿਨ ਤੈਨੂੰ ਸੀਤੋ ਦੀਆਂ ਕਈਆਂ ਗੱਲਾਂ ਯਾਦ ਆਉਣਗੀਆਂ, ਪਰ ਕਰਮ ਅਤੇ ਉਸਦੇ ਪਰਿਵਾਰ ਉੱਪਰ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ। ਭਾਵੇਂ ਸੀਤੋ ਦੀਆਂ ਗੱਲਾਂ ਸੁਣ ਕੇ ਦਲੇਰ ਸਿੰਘ ਦੇ ਪਰਿਵਾਰ ਦੇ ਕੰਨ ਤੇ ਜੂੰ ਤੱਕ ਨਹੀਂ ਸੀ ਸਰਕੀ, ਪਰ ਕੁਝ ਸਿਆਣੇ ਬੰਦੇ ਇੱਕ ਗੱਲ ਸੋਚਣ ਤੇ ਮਜਬੂਰ ਹੋ ਗਏ ਸਨ ਕਿ ਸੀਤੋ ਇੰਨੇ ਦਾਅਵੇ ਨਾਲ ਇਹ ਗੱਲਾਂ ਵਾਰ-ਵਾਰ ਕਿਉਂ ਕਹਿੰਦੀ ਆ। ਖੈਰ, ਜਿਵੇਂ ਇਹ ਖਿਆਲ ਸਭ ਦੇ ਮਨ 'ਚ ਆਇਆ, ਉਵੇਂ ਹੀ ਸੀਤੋ ਦੀ ਤਾਂ ਆਦਤ ਆ ਸਮਝ ਕੇ ਘਰੋਂ ਨਿਕਲ ਗਿਆ। ਕਰਮ ਨੂੰ ਉਹਦਾ ਪਿਓ ਅਤੇ ਵੱਡਾ ਭਰਾ ਕੋਚ ਸਾਹਿਬ ਵੱਲੋਂ ਦੱਸੇ ਕਾਲਜ ਵਿੱਚ ਛੱਡਣ ਗਏ, ਜਿੱਥੇ ਉਹਨੇ ਗੇਮ ਦੇ ਨਾਲ-ਨਾਲ ਖੇਡਾਂ ਨਾਲ ਸੰਬੰਧਿਤ ਡਿਪਲੋਮਾ ਕਰਨਾ ਸੀ। ਕਰਮ ਜਦੋਂ ਘਰੋਂ ਤੁਰੀ ਤਾਂ ਮਾਂ ਨੂੰ ਮਿਲਦਿਆਂ ਉਸ ਦੀਆਂ ਅੱਖਾਂ ਗਿੱਲੀਆਂ ਸਨ। ਕਰਮ ਦੀ ਮਾਂ ਦਾ ਵੀ ਦਿਲ ਰੋ ਰਿਹਾ ਸੀ, ਪਰ ਧੀ ਦਾ ਦਿਲ ਨਾ ਡੋਲੇ ਅਤੇ ਉਸਦੇ ਵਧੀਆ ਭਵਿੱਖ ਦਾ ਖਿਆਲ ਕਰਕੇ ਗੁੱਜਰ ਨੇ ਹੰਝੂ ਅੰਦਰੋਂ ਅੰਦਰੀ ਪੀ ਲਏ ਅਤੇ ਧੀ ਕਰਮ ਨੂੰ ਮਨ ਲਗਾ ਕੇ ਪੜ੍ਹਾਈ ਅਤੇ ਗੇਮ ਕਰਨ ਲਈ ਹੱਲਾਸ਼ੇਰੀ ਦਿੱਤੀ। ਸਾਰੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਦੇ ਕੁਝ ਚਹੇਤੇ ਲੋਕਾਂ ਤੋਂ ਵਿਦਾਇਗੀ ਲੈ ਕੇ ਕਰਮ ਕਾਲਜ ਪਹੁੰਚ ਚੁੱਕੀ ਸੀ। ਕਾਲਜ ਵਿੱਚ ਵੜਨ ਤੋਂ ਪਹਿਲਾਂ ਉਹਦਾ ਦਿਲ ਜ਼ੋਰਾਂ ਨਾਲ ਧੜਕ ਰਿਹਾ ਸੀ, ਕਾਲਜ ਦੇ ਮਾਹੌਲ ਅਤੇ ਬਾਕੀ ਸਭ ਬਾਰੇ ਸੋਚ ਕੇ, ਪਰ ਕਾਲਜ ਵਿੱਚ ਜਾ ਕੇ ਉਹਦਾ ਦਿਲ ਟਿਕਾਣੇ ਆ ਗਿਆ, ਕਿਉਂਕਿ ਕਾਲਜ ਦਾ ਵਾਤਾਵਰਨ ਬੜਾ ਹੀ ਵਧੀਆ ਅਤੇ ਸ਼ਾਂਤ ਸੀ। ਕਰਮ ਵਰਗੀਆਂ ਕੁਝ ਹੋਰ ਕੁੜੀਆਂ ਅਤੇ ਮੁੰਡੇ ਵੀ ਕਾਲਜ ਪਹੁੰਚੇ ਸਨ। ਸਭ ਦੇ ਮਾਪੇ ਉਹਨਾਂ ਨੂੰ ਛੱਡਣ ਆਏ ਸੀ। ਕਾਲਜ ਦਾ ਮਾਹੌਲ ਅਤੇ ਅਧਿਆਪਕਾਂ ਦਾ ਮਿੱਠਾ ਵਤੀਰਾ ਦੇਖ ਕੇ ਸਾਰੇ ਹੀ ਮਾਪਿਆਂ ਦਾ ਦਿਲ ਥਾਂਹ ਹੋ ਗਿਆ ਸੀ। ਉਹਨਾਂ ਨੂੰ ਸਾਰਾ ਕਾਲਜ ਅਤੇ ਹੋਸਟਲ ਦਿਖਾਇਆ ਗਿਆ ਤਾਂ ਮਾਪਿਆਂ ਨੂੰ ਤਸੱਲੀ ਹੋ ਗਈ ਕਿ ਉਹਨਾਂ ਦੇ ਬੱਚੇ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸ਼ਾਮ ਨੂੰ ਵਾਪਸ ਪਰਤਦਿਆਂ ਦਲੇਰ ਸਿੰਘ ਨੇ ਕੁਝ ਕੁ ਪੈਸੇ ਅਤੇ ਇੱਕ ਛੋਟਾ ਜਿਹਾ ਸੈਮਸੰਗ ਦਾ ਫੋਨ ਕਰਮ ਨੂੰ ਫੜਾਇਆ ਤਾਂ ਹੋਸਟਲ ਵਾਰਡਨ ਨੇ ਸਖਤ ਮਨਾ ਕਰ ਦਿੱਤਾ ਅਤੇ ਆਪਣਾ ਨੰਬਰ ਦਿੰਦੇ ਹੋਏ ਦੱਸਿਆ, ਸਾਡੇ ਹੋਸਟਲ ਵਿੱਚ ਕੁੜੀਆਂ ਨੂੰ ਫੋਨ ਰੱਖਣ ਦੀ ਸਖਤ ਮਨਾਹੀ ਹੈ ਅਤੇ ਤੁਸੀਂ ਮੇਰੇ ਫੋਨ ਤੇ ਫੋਨ ਕਰਕੇ ਆਪਣੀਆਂ ਬੱਚੀਆਂ ਨਾਲ ਗੱਲ ਕਰ ਸਕਦੇ ਹੋ। ਦਲੇਰ ਸਿੰਘ ਅਤੇ ਹੋਰ ਮਾਪਿਆਂ ਨੇ ਬੇਨਤੀ ਕੀਤੀ ਕਿ ਬੱਚਿਆਂ ਨੂੰ ਫੋਨ ਰੱਖਣ ਦਿੱਤੇ ਜਾਣ ਤਾਂ ਕਿ ਜਦ ਸਾਡਾ ਦਿਲ ਕਰੇ ਅਸੀਂ ਗੱਲ ਕਰ ਸਕੀਏ। ਵਾਰ-ਵਾਰ ਗੱਲ ਕਰਨ ਲਈ ਤੁਹਾਨੂੰ ਕਿੱਥੇ ਤੰਗ ਕਰਦੇ ਰਹਾਂਗੇ, ਪਰ ਵਾਰਡਨ ਨੇ ਕਿਹਾ ਕਿ ਤੰਗੀ ਨਹੀਂ, ਸਾਡਾ ਕੰਮ ਹੈ, ਤੁਸੀਂ ਜਦ ਮਰਜ਼ੀ ਫੋਨ ਕਰੋ, ਤੁਹਾਡੀ ਗੱਲ ਤੁਹਾਡੇ ਬੱਚੇ ਨਾਲ ਕਰਵਾ ਦਿੱਤੀ ਜਾਵੇਗੀ। ਆਪਣੇ ਬੱਚਿਆਂ ਤੋਂ ਇਜਾਜ਼ਤ ਲੈ ਕੇ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਨਾਲ ਹੋਰ ਬਹੁਤ ਸਾਰੀਆਂ ਚੰਗੀਆਂ ਨਸੀਹਤਾਂ ਦੇ ਕੇ ਸਾਰੇ ਮਾਪੇ ਵਾਪਿਸ ਘਰਾਂ ਨੂੰ ਚੱਲ ਪਏ। ਅੱਜ ਕਰਮ ਹੁਣਾਂ ਦੀ ਹੋਸਟਲ ਵਿੱਚ ਪਹਿਲੀ ਰਾਤ ਸੀ। ਸਾਰੀਆਂ ਕੁੜੀਆਂ ਇੱਕ ਦੂਜੇ ਲਈ ਅਜਨਬੀ ਸਨ, ਕੋਈ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ ਸੀ। ਸ਼ਾਮ ਹੋ ਚੁੱਕੀ ਸੀ। ਵਾਰਡਨ ਨੇ ਕੁੜੀਆਂ ਨੂੰ ਅਸੈਂਬਲ ਕੀਤਾ ਅਤੇ ਸਭ ਦੇ ਨਾਮ ਨੋਟ ਕੀਤੇ। ਹਾਜ਼ਰੀ ਲੈਣ ਤੋਂ ਬਾਅਦ ਵਾਰਡਨ ਨੇ ਸਭ ਨਾਲ ਜਾਣ ਪਹਿਚਾਣ ਕੀਤੀ ਅਤੇ ਕੁੜੀਆਂ ਦੀ ਆਪਸ ਵਿੱਚ ਜਾਣ ਪਹਿਚਾਣ ਵੀ ਕਰਵਾਈ। ਨੇੜੇ ਤੇੜੇ ਦੇ ਪਿੰਡਾਂ ਅਤੇ ਇੱਕੋ ਸ਼ਹਿਰ ਦੀਆਂ ਕੁੜੀਆਂ ਜਲਦੀ ਹੀ ਆਪਸ ਵਿੱਚ ਸਹੇਲੀਆਂ ਬਣ ਗਈਆਂ। ਕਰਮ ਦੇ ਕਮਰੇ ਵਿੱਚ ਜਿਹੜੀਆਂ ਕੁੜੀਆਂ ਨੇ ਰਹਿਣਾ ਸੀ ਉਹ ਸਭ ਦੂਰ ਸ਼ਹਿਰਾਂ ਦੀਆਂ ਸਨ। ਕਰਮ ਦੇ ਸ਼ਹਿਰ ਤੋਂ ਵੀ ਕੋਈ ਕੁੜੀ ਨਹੀਂ ਸੀ, ਜਿਸ ਕਰਕੇ ਅੱਜ ਤਾਂ ਉਹਦਾ ਕਿਸੇ ਨਾਲ ਸਹੇਲਪੁਣਾ ਹੋਣਾ ਸੰਭਵ ਨਹੀਂ ਸੀ। ਮੈਡਮ ਨੇ ਦੁਬਾਰੇ ਕੁੜੀਆਂ ਨੂੰ ਬੁਲਾਇਆ ਅਤੇ ਹੋਸਟਲ ਦੇ ਕੁਝ ਰੂਲਾਂ ਬਾਰੇ ਉਹਨਾਂ ਨੂੰ ਦੱਸਿਆ। ਉਹਨਾਂ ਨੂੰ ਸਾਫ਼ ਸਮਝਾ ਦਿੱਤਾ ਗਿਆ ਕਿ ਨਿਯਮ ਤੋੜਨ ਉੱਤੇ ਉਹਨਾਂ ਨੂੰ ਸਖਤ ਸਜ਼ਾ ਵੀ ਮਿਲ ਸਕਦੀ ਹੈ ਅਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਸੋ ਵਾਰਡਨ ਨੇ ਕੁੜੀਆਂ ਨੂੰ ਨਿਯਮਾਂ ਵਿੱਚ ਰਹਿ ਕੇ ਉਹਨਾਂ ਦਾ ਪਾਲਣ ਕਰਨ ਦੀ ਹਦਾਇਤ ਦਿੱਤੀ ਤਾਂ ਕਿ ਸਭ ਦਾ ਹੋਸਟਲ ਵਿੱਚ ਰਹਿਣਾ ਸੁਖਾਲਾ ਹੋ ਜਾਵੇ ਅਤੇ ਵਾਰਡਨ ਨੂੰ ਉਹਨਾਂ ਨਾਲ ਜ਼ਿਆਦਾ ਸਖਤੀ ਨਾਲ ਪੇਸ਼ ਨਾ ਆਉਣਾ ਪਵੇ। ਰਾਤ ਦੇ 8 ਵਜੇ
ਵਿਸਲ ਵੱਜੀ ਤਾਂ ਕੁੜੀਆਂ ਸਮਝ ਗਈਆਂ ਉਹ ਕਿਸ ਲਈ ਸੀ। ਇਸ ਲਈ ਸਭ ਨੇ ਆਪਣੇ ਆਪਣੇ ਬਰਤਨ ਚੁੱਕੇ ਅਤੇ ਰੋਟੀ ਲੈ ਕੇ ਆਪਣੇ ਕਮਰਿਆਂ ਵਿੱਚ ਵਾਪਸ ਆ ਗਈਆਂ। ਕਰਮ ਦੀਆਂ ਰੂਮਮੇਟ ਵੀ ਰੋਟੀ ਲੈ ਤਾਂ ਆਈਆਂ, ਪਰ ਕਿਸੇ ਦੇ ਵੀ ਬੁਰਕੀ ਗਲੋਂ ਨਾ ਉਤਰੀ। ਕਿਸੇ ਦਾ ਵੀ ਦਿਲ ਨਹੀਂ ਲੱਗ ਰਿਹਾ ਸੀ, ਕਿਉਂਕਿ ਹੋਸਟਲ ਵਿੱਚ ਅੱਜ ਉਹਨਾਂ ਦੀ ਪਹਿਲੀ ਰਾਤ ਸੀ। ਕਰਮ ਤਾਂ ਅੱਜ ਪਹਿਲੀ ਵਾਰ ਘਰਦਿਆਂ ਤੋਂ ਦੂਰ ਰਹਿ ਰਹੀ ਸੀ, ਕਿਉਂਕਿ ਉਹਨੇ ਤਾਂ ਅੱਜ ਤੱਕ ਆਪਣੇ ਨਾਨਕੇ ਘਰ ਵੀ ਕਦੇ ਰਾਤ ਨਹੀਂ ਕੱਟੀ ਸੀ। ਕਰਮ ਨੇ ਰੋਟੀ ਵਾਲਾ ਥਾਲ ਪਰੇ ਨੂੰ ਧੱਕ ਦਿੱਤਾ ਅਤੇ ਮੂੰਹ ਦੂਜੇ ਪਾਸੇ ਕਰਕੇ ਖਿੜਕੀ ਤੋਂ ਬਾਹਰ ਵੱਲ ਵੇਖਣ ਲੱਗੀ। ਉਸ ਦੇ ਅਥਰੂ ਉਹਦੀਆਂ ਗੋਰੀਆਂ ਗੱਲਾਂ ਤੋਂ ਉਹਦੇ ਹੋਏ ਨੀਚੇ ਵੱਲ ਨੂੰ ਵਹਿਣ ਲੱਗੇ। ਕਰਮ ਨੇ ਬਹੁਤ ਕੋਸ਼ਿਸ਼ ਕੀਤੀ ਖੁਦ ਨੂੰ ਸੰਭਾਲਣ ਦੀ, ਪਰ ਉਸ ਦੇ ਹੰਝੂ ਹੋਰ ਵੀ ਤੇਜ਼ ਗਤੀ ਨਾਲ ਧਰਲ ਡੁੱਲਣ ਲੱਗੇ। ਕਰਮ ਨੂੰ ਦੇਖ ਕੇ ਸਾਰੀਆਂ ਕੁੜੀਆਂ ਦੇ ਸਬਰ ਦਾ ਬੰਨ ਟੁੱਟ ਗਿਆ ਅਤੇ ਉਹ ਵੀ ਆਪਣੇ ਬੈੱਡ ਤੇ ਬੈਠੀਆਂ ਰੋਣ ਲੱਗੀਆਂ। ਹੁਣ ਸਾਰੀਆਂ ਕੁੜੀਆਂ ਇੱਕ ਦੂਜੇ ਤੋਂ ਹੰਝੂ ਛੁਪਾ ਕੇ ਰੋ ਰਹੀਆਂ ਸਨ, ਪਰ ਕੋਈ ਕਿਸੇ ਨੂੰ ਦਿਲਬਰੀ ਦੇ ਕੇ ਚੁੱਪ ਕਰਾਉਣ ਦੀ ਹਿੰਮਤ ਨਹੀਂ ਕਰ ਪਾ ਰਹੀਆਂ ਸਨ, ਕਿਉਂਕਿ ਉਹਨਾਂ ਦੀ ਅਜੇ ਦੋਸਤੀ ਤਾਂ ਦੂਰ, ਅਜੇ ਬੋਲ ਵੀ ਸਾਂਝੇ ਨਹੀਂ ਹੋਏ ਸਨ। ਇੰਨੇ ਨੂੰ ਮੈਡਮ ਦੀ ਆਵਾਜ਼ ਆਈ। ਇਹ ਆਵਾਜ਼ ਕਰਮ ਲਈ ਸੀ। ਉਸ ਦੇ ਘਰੋਂ ਫੋਨ ਆਇਆ ਸੀ। ਇਹ ਫੋਨ ਕਰਮ ਦੇ ਪਾਪਾ ਦਾ ਸੀ। ਉਹ ਘਰ ਪਹੁੰਚ ਚੁੱਕੇ ਸਨ। ਸਾਰਾ ਪਰਿਵਾਰ ਵਾਰ-ਵਾਰ ਕਰਮ ਨੂੰ ਪੁੱਛ ਰਿਹਾ ਸੀ ਕਿ ਉਸ ਦਾ ਦਿਲ ਲੱਗ ਗਿਆ ਜਾਂ ਨਹੀਂ, ਰੋਟੀ ਖਾਧੀ ਕਿ ਨਹੀਂ, ਉੱਥੇ ਮਾਹੌਲ ਠੀਕ ਹੈ, ਦਿਲ ਲੱਗਾ ਜਾਂ ਨਹੀਂ। ਮਾਹੌਲ ਬਹੁਤ ਵਧੀਆ ਹੈ, ਤੁਹਾਡੀ ਯਾਦ ਤਾਂ ਆ ਰਹੀ ਹੈ, ਪਰ ਮੇਰਾ ਦਿਲ ਲੱਗ ਗਿਆ ਹੈ। ਅਸੀਂ ਸਾਰਿਆਂ ਨੇ ਰਲ ਕੇ ਰੋਟੀ ਖਾ ਲਈ ਹੈ, ਸਾਰੇ ਬਹੁਤ ਵਧੀਆ ਨੇ ਇੱਥੇ, ਸਾਨੂੰ ਕਮਰੇ ਵੀ ਮਿਲ ਗਏ ਹਨ। ਮੈਡਮ ਨੇ ਹਾਜ਼ਰੀ ਲਾ ਕੇ ਸਾਰੇ ਨਿਯਮਾਂ ਬਾਰੇ ਸਾਨੂੰ ਦੱਸਿਆ ਅਤੇ ਸਾਡੇ ਨਾਲ ਗੱਲਾਂ ਵੀ ਕੀਤੀਆਂ। ਕਰਮ ਇੰਜ ਆਪਣੇ ਹੰਝੂ ਲੁਕਾ ਕੇ ਸਭ ਕੁਝ ਚਾਈ ਆਪਣੇ ਮਾਪਿਆਂ ਨੂੰ ਦੱਸ ਰਹੀ ਸੀ, ਤਾਂ ਕਿ ਉਹ ਉਹਦੀਆਂ ਗੱਲਾਂ ਤੋਂ ਉਹਦੀ ਪਰੇਸ਼ਾਨੀ ਬੁੱਝ ਨਾ ਲੈਣ। ਚੱਲ ਚੰਗਾ, ਫਿਰ ਹੁਣ ਅਸੀਂ ਗੱਲਾਂ ਕਰਦੀਆਂ, ਤੁਸੀਂ ਕੱਲ ਨੂੰ ਫੋਨ ਕਰਿਓ, ਕਹਿ ਕੇ ਕਰਮ ਨੇ ਫੋਨ ਕੱਟ ਦਿੱਤਾ ਸੀ। ਮਾਪਿਆਂ ਨੇ ਸ਼ੁਕਰ ਮਨਾਇਆ ਕਿ ਚਲੋ ਸਾਡੀ ਧੀ ਦਾ ਦਿਲ ਲੱਗ ਗਿਆ। ਗੱਲਾਂ ਸੁਣ ਕੇ ਉਹਨਾਂ ਦਾ ਫਿਕਰ ਦੂਰ ਹੋ ਗਿਆ ਸੀ, ਜਿਹੜਾ ਕਿ ਉਹਨਾਂ ਨੂੰ ਧੀ ਦੇ ਪਹਿਲੀ ਵਾਰ ਬਾਹਰ ਜਾਣ ਕਰਕੇ ਲੱਗਾ ਹੋਇਆ ਸੀ। ਉਧਰ ਕਰਮ ਨੂੰ ਘਰਦਿਆਂ ਦੀ ਡਾਢੀ ਯਾਦ ਸਤਾ ਰਹੀ ਸੀ। ਉਹਦੇ ਕਾਲਜੇ ਹੌਲ ਪੈ ਰਹੇ ਸੀ। ਉਹਦਾ ਜੀ ਕਰਦਾ ਸੀ ਸਭ ਕੁਝ ਪੜ੍ਹਾਈ ਛੱਡ ਕੇ ਉੱਡ ਕੇ ਆਪਣੇ ਘਰ ਚਲੀ ਜਾਵੇ, ਪਰ ਦੂਜੇ ਹੀ ਪਲ ਉਹਨੂੰ ਲੋਕਾਂ ਦੇ ਤਾਨੇ ਮਿਹਣੇ ਯਾਦ ਆਏ ਤਾਂ ਉਹਨੇ ਖੁਦ ਨੂੰ ਸਮਝਾਇਆ ਅਤੇ ਇੱਥੋਂ ਕੁਝ ਬਣ ਕੇ ਜਾਣ ਦੀ ਠਾਣੀ। ਵਾਰਡਨ ਮੈਡਮ ਦਾ ਫੋਨ ਵਾਪਿਸ ਕਰਕੇ ਕਰਮ ਆਪਣੇ ਬੈੱਡ ਉੱਤੇ ਆ ਕੇ ਲੰਮੀ ਪੈ ਗਈ। ਛੱਤ ਵੱਲ ਦੇਖਦਿਆਂ ਉਹਨੂੰ ਖਿਆਲ ਆਇਆ ਕਿ ਅੱਜ ਪਹਿਲੀ ਵਾਰ ਕਰਮ ਨੇ ਆਪਣੇ ਘਰਦਿਆਂ ਨੂੰ ਝੂਠ ਬੋਲਿਆ ਅਤੇ ਉਹਨਾਂ ਤੋਂ ਕੋਈ ਗੱਲ ਲੁਕਾਈ। ਪਰ ਦੂਜੇ ਹੀ ਪਲ ਉਹਨੇ ਸੋਚਿਆ ਕਿ ਸਿਆਣੇ ਕਹਿੰਦੇ ਨੇ, ਦੂਜਿਆਂ ਦੀ ਖੁਸ਼ੀ ਲਈ ਝੂਠ ਵੀ ਬੋਲਿਆ ਜਾਵੇ ਤਾਂ ਮਾੜਾ ਨਹੀਂ ਹੁੰਦਾ। ਉਹਨੇ ਵੀ ਤਾਂ ਇਹ ਝੂਠ ਸਿਰਫ ਪਰਿਵਾਰ ਦੀ ਖੁਸ਼ੀ ਤਸੱਲੀ ਲਈ ਹੀ ਬੋਲਿਆ ਏ, ਫਿਰ ਇਹ ਵੀ ਕੋਈ ਝੂਠ ਨਾ ਹੋਇਆ। ਆਪਣੇ ਹੀ ਸਵਾਲਾਂ ਦੇ ਜਵਾਬਾਂ ਦੀ ਉਧੇੜ ਬੁਣ ਵਿੱਚ ਕਰਮ ਦੀ ਕਦੋਂ ਅੱਖ ਲੱਗ ਗਈ ਉਹਨੂੰ ਪਤਾ ਹੀ ਨਾ ਲੱਗਾ। ਕੀ ਸੱਚੀ ਇਦਾਂ ਦਾ ਝੂਠ ਨਹੀਂ ਹੁੰਦਾ ਜੋ ਕਰਮ ਨੇ ਅੱਜ ਪਹਿਲੀ ਵਾਰ ਆਪਣੇ ਮਾਪਿਆਂ ਨੂੰ ਬੋਲਿਆ? ਆਪਣੇ ਵਿਚਾਰ ਇਸ ਸੰਬੰਧ ਵਿੱਚ ਜ਼ਰੂਰ ਦਿਓ। ਕੁਝ ਕੁ ਦਿਨਾਂ ਦੇ ਵਕਫੇ ਨਾਲ ਹੀ ਸਾਰੀਆਂ ਕੁੜੀਆਂ ਕਰਮ ਨਾਲ ਘੁਲ ਮਿਲ ਗਈਆਂ ਸਨ ਅਤੇ ਉਹ ਰਲ ਮਿਲ ਕੇ ਰਹਿਣ ਲੱਗੀਆਂ ਸਨ। ਕਰਮ ਦਾ ਹੁਣ ਦਿਲ ਲੱਗ ਗਿਆ ਸੀ। ਹੋਸਟਲ ਅਤੇ ਕਾਲਜ ਵਿੱਚ ਉਹਨੇ ਮਨ ਲਗਾ ਕੇ ਪੜ੍ਹਨਾ ਅਤੇ ਖੇਡਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਮਾਪਿਆਂ ਦਾ ਉਹਦੀਆਂ ਅੱਖਾਂ ਰਾਹੀਂ ਦੇਖਿਆ ਸੁਪਨਾ ਉਹਨੂੰ ਹਰ ਪਲ ਚੇਤੇ ਰਹਿੰਦਾ ਸੀ। ਕਰਮ ਪੁੱਜ ਕੇ ਸੋਹਣੀ ਮੁਟਿਆਰ ਸੀ। ਕੋਈ ਕੁੜੀ ਤਾਂ ਕਿ ਮੈਡਮ ਵੀ ਉਹਦੇ ਮੇਲ ਨਹੀਂ ਸੀ। ਉਸ ਦੇ ਕਾਲਜ ਵਿੱਚ ਇਸੇ ਵਜ੍ਹਾ ਕਰਕੇ ਕਾਲਜ ਦੇ ਸਾਰੇ ਮੁੰਡੇ ਹੀ ਹੱਥ ਧੋ ਕੇ ਕਰਮ ਦੇ ਪਿੱਛੇ ਪੈ ਗਏ ਸਨ। ਕਰਮ ਦਾ ਗੋਰਾ ਰੰਗ ਅਤੇ ਨੀਲੀਆਂ ਅੱਖਾਂ ਦੇਖ ਕੇ ਦੇਖਣ ਵਾਲੇ ਨੂੰ ਗਸ਼ ਪੈ ਜਾਂਦੀ। ਜਦ ਉਹ ਤੁਰਦੀ ਸੀ ਤਾਂ ਇੰਜ ਲੱਗਦਾ ਮੁੰਡਿਆਂ ਦੇ ਕਲੇਜੇ ਵਿੱਚ ਅੱਡੀ ਮਾਰ ਕੇ ਲੰਘਦੀ ਹੋਵੇ। ਸੋਹਣੇ ਤੋਂ ਸੋਹਣੇ ਮੁੰਡੇ ਦਾ ਕਰਮ ਨੂੰ ਪ੍ਰਪੋਜ਼ ਆਇਆ, ਪਰ ਜਿਵੇਂ ਆਉਂਦਾ ਕਰਮ ਉਵੇਂ ਹੀ ਮੋੜ ਦਿੰਦੀ, ਕਿਉਂਕਿ ਉਹ ਇਹਨਾਂ ਚੱਕਰਾਂ ਵਿੱਚ ਪੈ ਕੇ ਨਾ ਤਾਂ ਆਪਣੇ ਟੀਚੇ ਤੋਂ ਹਿੱਲਣਾ ਚਾਹੁੰਦੀ ਸੀ ਅਤੇ ਨਾ ਹੀ ਮਾਪਿਆਂ ਦੀ ਇੱਜ਼ਤ ਨੂੰ ਦਾਗ ਲਾਉਣਾ ਚਾਹੁੰਦੀ ਸੀ। ਕਾਲਜ ਦੇ ਲਗਭਗ ਸਾਰੇ ਮੁੰਡਿਆਂ ਦੇ ਹੀ ਪ੍ਰਪੋਜ਼ ਆਏ। ਦੇਖ ਕੇ ਕਰਮ ਨੂੰ ਆਪਣੀ ਸੁੰਦਰਤਾ ਅਤੇ ਜਵਾਨੀ ਉੱਤੇ ਹੋਰ ਵੀ ਜ਼ਿਆਦਾ ਗਰੂਰ ਹੋ ਗਿਆ ਸੀ, ਪਰ ਕਰਮ ਕਦੇ ਵੀ ਆਪਣੇ ਸਟੈਂਡ ਤੋਂ ਨਾ ਹਿੱਲੀ।
ਹੁਣ ਉਹ ਜਦ ਵੀ ਮੁੰਡਿਆਂ ਕੋਲੋਂ ਲੰਘਦੀ 100 ਨਖਰੇ ਕਰਦੀ, ਪਰ ਕਦੇ ਕਿਸੇ ਮਾਂ ਦੇ ਪੁੱਤ ਦੇ ਜਾਲ 'ਚ ਨਾ ਫਸੀ। ਕਾਲਜ ਵਿੱਚ ਸਭ ਤੋਂ ਸੋਹਣੇ ਕਹਾਉਣ ਵਾਲੇ ਚੋਟੀ ਦੇ ਗੱਭਰੂ ਵੀ ਸ਼ਰਤਾਂ ਅਤੇ ਜ਼ੋਰ ਲਾ ਕੇ ਥੱਕ ਗਏ, ਪਰ ਕਰਮ ਉਹਨਾਂ 'ਚੋਂ ਕਿਸੇ ਦੇ ਹਿੱਸੇ ਨਾ ਆਈ। ਮੁੰਡੇ ਉਹਨੂੰ ਦੇਖ ਕੇ ਸਿਰਫ ਅੱਖਾਂ ਤੱਤੀਆਂ ਕਰਨ ਜੋਗੇ ਸਨ ਅਤੇ ਕਈ ਵਾਰ ਉਹਨਾਂ ਵਿੱਚ ਕਰਮ ਨੂੰ ਲੈ ਕੇ ਤੂੰ ਮੈਂ ਵੀ ਹੋ ਜਾਂਦੀ। ਪਰ ਇਸ ਵਾਰ ਐਥਲੈਟਿਕ ਮੀਟ ਤੇ ਕੁਝ ਕੁ ਵੱਡੇ ਘਰਾਂ ਦੇ ਵਿਗੜੇ ਹੋਏ ਮੁੰਡਿਆਂ ਦੀ ਕਰਮ ਨੂੰ ਲੈ ਕੇ ਕਾਫੀ ਗਰਮੋ ਗਰਮੀ ਹੋ ਗਈ ਸੀ। ਗੱਲ ਹੱਥੋਂ ਪਾਈ ਤੇ ਹੁੰਦੀ ਹੋਈ ਕੁੱਟ ਕੁਟਾਪੇ ਤੇ ਪਹੁੰਚ ਗਈ, ਪਰ ਕੁਝ ਅਧਿਆਪਕਾਂ ਨੇ ਵਿੱਚ ਪੈ ਕੇ ਮਾਮਲਾ ਸਾਂਭ ਲਿਆ ਸੀ। ਪਰ ਕਰਮ ਨੇ ਕਦੇ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਸੀ। ਉਹ ਆਪਣੀ ਹੀ ਦੁਨੀਆ ਵਿੱਚ ਮਸਤ ਸੀ। ਕੋਈ ਲੜੇ ਕੋਈ ਮਰੇ, ਕਰਮ ਨੇ ਇਸ ਚੀਜ਼ ਤੋਂ ਕੀ ਲੈਣਾ ਸੀ। ਉਸ ਦਾ ਤਾਂ ਬਸ ਇੱਕੋ ਇੱਕ ਮਕਸਦ ਸੀ, ਪੜ੍ਹ ਕੇ ਵੱਡੀ ਅਫਸਰਨੀ ਬਣਨਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਨਾ। ਕਰਮ ਬਸ ਇਸੇ ਇੱਕ ਗੱਲ ਵੱਲ ਧਿਆਨ ਦਿੰਦੀ ਸੀ। ਉਹਦੇ ਕਰਕੇ ਕਾਲਜ ਦੇ ਮੁੰਡਿਆਂ ਦੇ ਵੈਰ ਪੈਣ ਜਾਂ ਉਹਨੂੰ ਵੇਖ ਕੇ ਕੋਈ ਹੌਕਾ ਭਰਦਾ ਰਹੇ, ਉਹਦੀ ਬਲਾ ਤੋਂ ਕੋਈ ਕੁਝ ਵੀ ਕਰਦਾ ਰਹੇ। ਖੈਰ ਹੁਣ ਮੁੰਡੇ ਵੀ ਸਮਝ ਚੁੱਕੇ ਸਨ ਕਿ ਉਹਨਾਂ ਦੀ ਇੱਥੇ ਦਾਲ ਨਹੀਂ ਗਲਣੀ ਅਤੇ ਉਹ ਵੀ ਥੱਕ ਹਾਰ ਕੇ ਪਿੱਛੇ ਹਟ ਗਏ ਸਨ। ਕਰਮ ਨੂੰ ਵੀ ਹੁਣ ਇਸ ਵਜ੍ਹਾ ਕਰਕੇ ਜ਼ਿਆਦਾ ਪਰੇਸ਼ਾਨੀ ਨਹੀਂ ਰਹੀ ਸੀ। ਹੁਣ ਉਹਦਾ ਸਾਰਾ ਧਿਆਨ ਪੜ੍ਹਾਈ ਵੱਲ ਹੀ ਸੀ। ਕਰਮ ਨੇ ਡਿਪਲੋਮੇ ਦੇ ਪਹਿਲੇ ਸਾਲ ਹੀ ਕਮਾਲ ਕਰ ਦਿਖਾਈ ਸੀ। ਉਸ ਦੇ ਜਜ਼ਬੇ ਅਤੇ ਕੁਝ ਬਣਨ ਦੇ ਜਨੂੰਨ ਸਦਕਾ ਉਹ ਪੜ੍ਹਾਈ ਵਿੱਚ ਪੂਰੀ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ਤੇ ਆਈ ਸੀ। ਪੜ੍ਹਾਈ 'ਚ ਮੱਲਾਂ ਮਾਰਨ ਦੇ ਨਾਲ ਉਹ ਖੇਡਾਂ ਵਿੱਚ ਵੀ ਨੰਬਰ 1 ਤੇ ਹੀ ਰਹੀ ਸੀ। ਇਸ ਵਾਰ ਹੋਣ ਵਾਲੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਕਰਮ ਚੁਣੀ ਗਈ ਸੀ। ਉਹ ਬਹੁਤ ਖੁਸ਼ ਸੀ ਕਿਉਂਕਿ ਇੰਟਰ ਯੂਨੀ ਖੇਡਣਾ ਹਰ ਸਪੋਰਟਸ ਦਾ ਡਿਪਲੋਮਾ ਕਰ ਰਹੇ ਬੱਚੇ ਦਾ ਸੁਪਨਾ ਹੁੰਦਾ ਹੈ, ਪਰ ਇਹ ਸੁਪਨਾ ਪੂਰਾ ਬਹੁਤ ਘੱਟ ਲੋਕਾਂ ਦਾ ਹੁੰਦਾ ਹੈ। ਜ਼ਿਆਦਾਤਰ ਬੱਚੇ ਪੜ੍ਹਾਈ ਦਾ ਪੂਰੀ ਕਰ ਲੈਂਦੇ ਆ, ਪਰ ਇਹ ਸੁਪਨਾ ਦਿਲਾਂ ਵਿੱਚ ਲੈ ਕੇ ਹੀ ਵਾਪਿਸ ਪਰਤ ਜਾਂਦੇ ਆ। ਪਰ ਕਰਮ ਦਾ ਇਹ ਸੁਪਨਾ ਪਹਿਲੇ ਹੀ ਸਾਲ ਪੂਰਾ ਹੋ ਰਿਹਾ ਸੀ। ਇਸ ਤੋਂ ਵੱਡੀ ਖੁਸ਼ੀ ਦੀ ਹੋਰ ਕੀ ਗੱਲ ਹੋ ਸਕਦੀ ਸੀ। ਕਰਮ ਦੇ ਪਿਓ ਨੇ ਵੀ ਧੀ ਦੀ ਇਸ ਪ੍ਰਾਪਤੀ ਬਾਰੇ ਸਾਰੇ ਪਿੰਡ ਨੂੰ ਅਤੇ ਸੀਤੋ ਨੂੰ ਚੌੜੇ ਹੋ ਕੇ ਦੱਸਿਆ ਸੀ। ਦੱਸੇ ਵੀ ਕਿਉਂ ਨਾ, ਉਹਨਾਂ ਦੀ ਧੀ ਉਹਨਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਸੀ। ਸੀਤੋ ਦਾ ਮੂੰਹ ਵੀ ਅੱਜ ਕੁਝ ਬੰਦ ਸੀ। ਉਹ ਵੀ ਕਰਮ ਦੀ ਪ੍ਰਾਪਤੀ ਬਾਰੇ ਸੁਣ ਰਹੀ ਸੀ। ਕਰਮ ਦੇ ਅਧਿਆਪਕ ਤੇ ਕਾਲਜ ਪ੍ਰਿੰਸੀਪਲ ਵੀ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਸੀ। ਕਰਮ ਪਹਿਲੇ ਦਿਨੋਂ ਹੀ ਮਾਪਿਆਂ ਵਾਂਗ ਅਧਿਆਪਕਾਂ ਦੀ ਵੀ ਚਹੇਤੀ ਬਣ ਗਈ ਸੀ, ਪਰ ਉਸ ਦੀ ਇਸ ਪ੍ਰਾਪਤੀ ਨੇ ਉਹਨੂੰ ਹੋਰ ਵੀ ਜ਼ਿਆਦਾ ਹਰਮਨ ਪਿਆਰੀ ਬਣਾ ਦਿੱਤਾ ਸੀ। ਅਧਿਆਪਕਾਂ ਅਤੇ ਮਾਪਿਆਂ ਨੂੰ ਹੁਣ ਹੋਰ ਵੀ ਉਮੀਦਾਂ ਵੱਧ ਗਈਆਂ ਸਨ ਕਰਮ ਤੋਂ। ਕਰਮ ਦੇ ਕਾਲਜ ਵਿੱਚ ਅਤੇ ਹੋਸਟਲ ਵਿੱਚ ਬਹੁਤ ਸਖਤੀ ਸੀ। ਉਹਨਾਂ ਨੂੰ ਹੋਸਟਲ ਵਿੱਚੋਂ ਕਿਤੇ ਵੀ ਬਾਹਰ ਜਾਣ ਨਹੀਂ ਦਿੱਤਾ ਜਾਂਦਾ ਸੀ। ਉਹਨਾਂ ਨੂੰ ਜ਼ਰੂਰਤ ਦਾ ਸਮਾਨ ਖਰੀਦਣ ਲਈ ਸਿਰਫ ਸ਼ਨੀਵਾਰ ਸ਼ਾਮ ਨੂੰ 2 ਘੰਟੇ ਹੀ ਬਾਹਰ ਜਾਣ ਦੀ ਇਜਾਜ਼ਤ ਮਿਲਦੀ ਸੀ, ਉਹ ਵੀ ਆਪਣੀ ਹੋਸਟਲ ਵਾਰਡਨ ਅਤੇ ਸੀਨੀਅਰ ਕੁੜੀਆਂ ਦੀ ਦੇਖ ਰੇਖ ਵਿੱਚ। ਸੋ ਸ਼ਨੀਵਾਰ ਨੂੰ ਹੀ ਸਾਰੇ ਹਫ਼ਤੇ ਦੀ ਖਰੀਦਦਾਰੀ 2 ਘੰਟਿਆਂ ਵਿੱਚ ਕਰਦੀਆਂ ਸਨ। ਜੇ ਕੁਝ ਰਹਿ ਜਾਂਦਾ ਜਾਂ ਭੁੱਲ ਜਾਂਦੀਆਂ ਤਾਂ ਅਗਲੇ ਹਫ਼ਤੇ ਤੱਕ ਦੀ ਆਊਟਿੰਗ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਕਰਮ ਪਹਿਲਾਂ ਤਾਂ ਸਾਰਾ ਸਮਾਨ ਘਰ ਤੋਂ ਹੀ ਮੰਗਵਾ ਲੈਂਦੀ ਸੀ, ਇਸ ਲਈ ਉਹ ਆਊਟਿੰਗ ਵਾਲੇ ਸਮੇਂ ਦੀ ਵੀ ਪੜ੍ਹਾਈ ਲਈ ਵਰਤੋਂ ਕਰਦੀ ਸੀ। ਜਦੋਂ ਸਾਰੀਆਂ ਕੁੜੀਆਂ ਬਾਹਰ ਜਾਂਦੀਆਂ ਤਾਂ ਉਹ ਹੋਸਟਲ ਦੇ ਸ਼ਾਂਤ ਮਾਹੌਲ ਵਿੱਚ ਬੈਠ ਕੇ 2 ਘੰਟੇ ਆਰਾਮ ਨਾਲ ਪੜ੍ਹਾਈ ਕਰ ਲੈਂਦੀ ਸੀ। ਪਰ ਫਿਰ ਹੌਲੀ-ਹੌਲੀ ਦੋਸਤਾਂ ਦੇ ਕਹਿਣ ਤੇ ਉਹ ਵੀ ਹੁਣ ਆਊਟਿੰਗ ਤੇ ਜਾਣ ਲੱਗੀ ਸੀ। ਹੁਣ ਬਾਹਰ ਜਾ ਕੇ ਕਰਮ ਨੂੰ ਲੱਗਦਾ ਕਿ ਉਹ ਐਵੇਂ ਹੀ 1 ਸਾਲ ਹੋਸਟਲ ਵਿੱਚ ਬੈਠੀ ਰਹੀ। ਬਾਹਰ ਆਉਣ ਦਾ, ਘੁੰਮਣ ਫਿਰਨ ਦਾ ਵੀ ਇੱਕ ਅਲੱਗ ਹੀ ਮਜ਼ਾ ਏ। ਉਹ ਸ਼ਨੀਵਾਰ ਨੂੰ ਮੰਦਿਰ ਅਤੇ ਗੁਰਦੁਆਰੇ ਜਾਂਦੀਆਂ ਅਤੇ ਥੋੜੀ ਬਹੁਤ ਸ਼ਾਪਿੰਗ ਵੀ ਕਰ ਆਉਂਦੀਆਂ। ਕਰਮ ਨੂੰ ਵੀ ਬਾਹਰ ਜਾਣਾ ਵਧੀਆ ਲੱਗਣ ਲੱਗਾ ਸੀ। ਹੁਣ ਕਰਮ ਨੂੰ ਵੀ ਬਾਕੀ ਕੁੜੀਆਂ ਵਾਂਗ ਸ਼ਨੀਵਾਰ ਦਾ ਇੰਤਜ਼ਾਰ ਰਹਿਣ ਲੱਗਾ। ਉਹਨੂੰ ਵੀ ਹੁਣ ਲੱਗਦਾ ਕਿ ਕਦ ਸ਼ਨੀਵਾਰ ਆਵੇ ਅਤੇ ਕਦ ਉਹ ਬਾਹਰ ਜਾਣ। ਕਰਮ ਪਹਿਲਾਂ ਕਾਲਜ ਵਿੱਚ ਵੀ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੀ ਸੀ, ਮੁੰਡਿਆਂ ਨਾਲ ਤਾਂ ਬਿਲਕੁਲ ਵੀ ਨਹੀਂ, ਪਰ ਹੁਣ ਉਹ ਸਾਰਿਆਂ ਨਾਲ ਬੋਲਣ ਚਾਲਣ ਵੀ ਲੱਗ ਪਈ ਸੀ।
ਕੰਟੀਨ ਤੇ ਜਾ ਕੇ ਚਾਹਾਂ ਪੀਣ ਅਤੇ ਹਾਸੇ ਠੱਠੇ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਕਿਸੇ ਨਾਲ ਹੱਸਣਾ ਬੋਲਣਾ ਅਤੇ ਕੰਟੀਨ ਤੇ ਜਾਣਾ ਕੋਈ ਮਾੜੀ ਗੱਲ ਨਹੀਂ, ਕਾਲਜ ਦੀ ਜ਼ਿੰਦਗੀ ਦਾ ਹਿੱਸਾ ਏ। ਮौज ਮਸਤੀ ਕਰਨਾ, ਪਰ ਜੇਕਰ ਇਹ ਸਭ ਲਿਮਿਟ ਵਿੱਚ ਰਹੇ ਤਾਂ ਹੀ ਚੰਗਾ ਹੁੰਦਾ। ਪਰ ਕਰਮ ਨੂੰ ਆਪਣੀਆਂ ਹੱਦਾਂ ਅਤੇ ਸੁਪਨੇ ਯਾਦ ਸਨ, ਇਸੇ ਲਈ ਉਹ ਕਦੇ ਆਪਣੀ ਲਿਮਿਟ ਕ੍ਰਾਸ ਨਹੀਂ ਕਰ ਸਕਦੀ ਸੀ ਅਤੇ ਨਾ ਹੀ ਉਹਨੇ ਹੁਣ ਤੱਕ ਕੀਤੀ ਸੀ। ਅੱਜ ਵੀ ਸ਼ਨੀਵਾਰ ਸੀ ਅਤੇ ਹੋਸਟਲ ਵਿੱਚ ਆਊਟਿੰਗ ਮਿਲਣੀ ਸੀ। ਸਾਰੀਆਂ ਕੁੜੀਆਂ ਨੂੰ ਚਾਅ ਚੜਿਆ ਹੋਇਆ ਸੀ, ਸਭ ਬਾਹਰ ਜਾਣ ਲਈ ਤਿਆਰ ਹੋ ਰਹੀਆਂ ਸਨ। ਕਰਮ ਦਾ ਅੱਜ ਬਾਹਰ ਜਾਣ ਦਾ ਕੋਈ ਮਨ ਨਹੀਂ ਸੀ, ਪਰ ਉਸ ਦੀ ਸਹੇਲੀ ਨੇ ਉਹਨੂੰ ਜਾਣ ਲਈ ਮਨਾ ਹੀ ਲਿਆ। ਫਿਰ ਕਰਮ ਨੂੰ ਯਾਦ ਆਇਆ ਕਿ ਉਹਨੇ ਵੀ ਤਾਂ ਇੱਕ ਟੀ-ਸ਼ਰਟ ਆਪਣੇ ਲਈ ਲੈਣੀ ਸੀ, ਜਿਸ ਕਰਕੇ ਉਹ ਬਾਹਰ ਜਾਣ ਲਈ ਤਿਆਰ ਹੋ ਗਈ। ਬਾਜ਼ਾਰ ਵਿੱਚ ਕਾਫੀ ਦੇਰ ਫਿਰਨ ਤੋਂ ਬਾਅਦ ਉਹਨਾਂ ਨੇ ਇੱਕ ਦੁਕਾਨ ਦੇਖੀ ਜਿੱਥੇ ਬਹੁਤ ਸੋਹਣੇ ਕੱਪੜੇ ਟੰਗੇ ਹੋਏ ਸੀ। ਕਰਮ ਅਤੇ ਉਹਦੀ ਦੋਸਤ ਉਸ ਦੁਕਾਨ ਵਿੱਚ ਵੜ ਗਈਆਂ। ਦੁਕਾਨ ਵਿੱਚ ਜਾਂਦਿਆਂ ਹੀ ਕਰਮ ਨੇ ਕੱਪੜੇ ਦੇਖਣੇ ਸ਼ੁਰੂ ਕਰ ਦਿੱਤੇ, ਪਰ ਉਹਨੂੰ ਕੁਝ ਪਸੰਦ ਨਾ ਆਇਆ ਤਾਂ ਦੁਕਾਨ ਮਾਲਿਕ ਨੇ ਉਹਨੂੰ ਦੂਜੀ ਦੁਕਾਨ ਉੱਤੇ ਜਾਣ ਦੀ ਸਲਾਹ ਦਿੱਤੀ, ਜੋ ਕਿ ਉਸ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਹੀ ਸੀ। ਉਹ ਉਸ ਦੁਕਾਨ ਵਿੱਚੋਂ ਨਿਕਲ ਕੇ ਸਾਹਮਣੇ ਵਾਲੀ ਦੁਕਾਨ ਵਿੱਚ ਵੜ ਗਈਆਂ। ਦੁਕਾਨ ਵਿੱਚ ਵੜ ਕੇ ਹੀ ਕਰਮ ਨੇ ਅਜਿਹਾ ਕੁਝ ਦੇਖਿਆ ਕਿ ਉਹਦੀਆਂ ਅੱਖਾਂ ਚੁੰਦੀਆਂ ਗਈਆਂ। ਉਹ ਇੱਕ ਟੱਕ ਉਸ ਸੁੰਦਰ ਨਜ਼ਾਰੇ ਨੂੰ ਦੇਖਦੀ ਰਹੀ। ਕਰਮ ਦੇ ਹੋਸ਼ ਜਿਵੇਂ ਉੱਡ-ਪੁੱਡ ਚੁੱਕੇ ਸੀ। ਉਹਨੂੰ ਅਹਿਸਾਸ ਵੀ ਨਹੀਂ ਸੀ ਕਿ ਉਹ ਦੁਕਾਨ ਵਿੱਚ ਖੜੀ ਹੈ ਅਤੇ ਉੱਥੇ ਹੋਰ ਵੀ ਲੋਕ ਮੌਜੂਦ ਹਨ। ਕਰਮ ਨੂੰ ਇਸ ਹਾਲਤ ਵਿੱਚ ਖੜੀ ਦੇਖ ਕੇ ਉਸ ਦੀ ਸਹੇਲੀ ਪ੍ਰੀਤੀ ਨੇ ਉਹਨੂੰ ਕੂਣੀ ਮਾਰੀ ਤਾਂ ਕਰਮ ਦੇ ਹੋਸ਼ ਵਾਪਸ ਪਰਤੇ। ਉਹਨੂੰ ਇੰਜ ਲੱਗਾ ਜਿਵੇਂ ਉਹ ਕੋਈ ਸੋਹਣਾ ਸੁਪਨਾ ਦੇਖ ਰਹੀ ਹੋਵੇ ਅਤੇ ਅਚਾਨਕ ਉਹਨੂੰ ਕਿਸੇ ਨੇ ਹਲੂਣ ਕੇ ਉਸ ਸੁਪਨੇ ਵਿੱਚੋਂ ਜਗਾ ਦਿੱਤਾ ਹੋਵੇ। ਦੁਕਾਨ ਮਾਲਿਕ ਅਤੇ ਉੱਥੇ ਕੰਮ ਕਰਨ ਵਾਲਾ ਮੁੰਡਾ ਵੀ ਹੈਰਾਨ ਸਨ। ਕਰਮ ਦੀ ਦੋਸਤ ਉਸ ਨੂੰ ਬਾਂਹ ਫੜ ਕੇ ਦੁਕਾਨ ਤੋਂ ਬਾਹਰ ਲੈ ਆਈ, ਕਿਉਂਕਿ ਕਰਮ ਹੁਣ ਕੱਪੜੇ ਖਰੀਦਣ ਦੀ ਹਾਲਤ ਵਿੱਚ ਨਹੀਂ ਰਹੀ ਸੀ। ਦੁਕਾਨ ਤੋਂ ਬਾਹਰ ਨਿਕਲ ਕੇ ਵੀ ਕਰਮ ਵਾਰ-ਵਾਰ ਮੁੜ ਕੇ ਉਸ ਦੁਕਾਨ ਵੱਲ ਹੀ ਦੇਖੀ ਜਾ ਰਹੀ ਸੀ। ਉਸ ਦੀ ਦੋਸਤ ਨੇ ਉਹਨੂੰ ਬਾਂਹ ਫੜ ਕੇ ਸਿੱਧਾ ਹੋਸਟਲ ਲੈ ਕੇ ਕਮਰੇ ਵਿੱਚ ਆਉਣ ਤੋਂ ਬਾਅਦ ਹੀ ਪੁੱਛਿਆ ਸੀ ਕਿ ਉਹਨੂੰ ਹੋਇਆ ਕੀ ਹੈ। ਉਹਨੇ ਦੁਕਾਨ ਤੇ ਅਜਿਹਾ ਕੀ ਦੇਖ ਲਿਆ ਜੋ ਪਾਗਲਾਂ ਵਾਂਗ ਇੰਜ ਵਿਵਹਾਰ ਕੀਤਾ। ਉੱਥੇ ਸਾਰੇ ਤੇਰੇ ਬਾਰੇ ਹੀ ਸੋਚਦੇ ਹੋਣੇ ਆ। ਤੈਨੂੰ ਕੀ ਲੱਗਦਾ ਸਾਡੀ ਬੇਇੱਜ਼ਤੀ ਹੈ ਇਸ ਗੱਲ ਵਿੱਚ? ਕਰਮ ਦੀ ਦੋਸਤ ਕਿੰਨਾ ਕੁਝ ਬੋਲੀ ਜਾ ਰਹੀ ਸੀ, ਪਰ ਕਰਮ ਨੂੰ ਤਾਂ ਜਿਵੇਂ ਕੁਝ ਸੁਣ ਹੀ ਨਹੀਂ ਰਿਹਾ ਸੀ, ਬਸ ਬੁੱਤ ਬਣੀ ਬੈਠੀ ਸੀ। ਕਰਮ ਦੇ ਮਨ ਦੀ ਹਾਲਤ ਅੱਜ ਬਹੁਤ ਖਰਾਬ ਸੀ। ਉਹ ਆਪਣੀ ਸੁੱਧ ਬੁੱਧ ਖੋ ਚੁੱਕੀ ਸੀ। ਉਹਨੂੰ ਜਿਵੇਂ ਕਿਸੇ ਚੀਜ਼ ਦਾ ਖਿਆਲ ਹੀ ਨਹੀਂ ਸੀ। ਪਤਾ ਨਹੀਂ ਸੀ ਇਸ ਧਰਤ ਉੱਤੇ ਕੀ ਵਾਪਰ ਰਿਹਾ ਹੈ। ਆਪਣੇ ਖਿਆਲਾਂ ਵਿੱਚ ਖੋਈ ਉਹ ਕਦੇ ਸ਼ਰਮਾ ਕੇ ਹੱਸ ਪੈਂਦੀ ਅਤੇ ਕਦੇ ਕੁਝ ਸੋਚ ਕੇ ਗੰਭੀਰ ਹੋ ਜਾਂਦੀ। ਕਿਤੇ ਨਾ ਕਿਤੇ ਪ੍ਰੀਤੀ ਵੀ ਉਹਦੇ ਮਨ ਦੀ ਦਸ਼ਾ ਨੂੰ ਸਮਝ ਚੁੱਕੀ ਸੀ, ਪਰ ਫਿਰ ਵੀ ਉਹਨੇ ਕਰਮ ਨੂੰ ਪੁੱਛਿਆ ਸੀ, ਅੜੀਏ ਹੁਣ ਕੁਝ ਦੱਸੇਂਗੀ ਕਿ ਨਹੀਂ? ਤੈਨੂੰ ਕੀ ਹੋਇਆ ਏ? ਐਵੇਂ ਸ਼ੁਦੈਣਾ ਵਾਂਗ ਹਰਕਤਾਂ ਕਰੀ ਜਾਨੀ ਏ, ਨਾ ਖਾਣ ਦੀ ਸੁੱਧ ਨਾ ਪੀਣ ਦੀ। ਪਾਗਲਾਂ ਵਾਂਗ ਕੰਧਾਂ ਵੱਲ ਦੇਖ ਹੱਸੀ ਜਾਨੀ ਏ। ਚੱਲ ਕਮਰੇ ਦੀ ਸਫਾਈ ਕਰ ਲਈਏ, ਅੱਜ ਐਤਵਾਰ ਏ, ਫਿਰ ਟਾਈਮ ਨਹੀਂ ਲੱਗਦਾ। ਪ੍ਰੀਤੀ ਕਰਮ ਨੂੰ ਕਿੰਨਾ ਕੁਝ ਬੋਲ ਕੇ ਚਲੀ ਗਈ, ਪਰ ਕਰਮ ਤਾਂ ਜਿਵੇਂ ਇਸ ਦੁਨੀਆ ਵਿੱਚ ਹੈ ਹੀ ਨਹੀਂ ਸੀ। ਉਹਦੇ ਤੇ ਤਾਂ ਕਿਸੇ ਗੱਲ ਦਾ ਅਸਰ ਹੀ ਨਹੀਂ ਸੀ। ਉਹਦੀਆਂ ਅੱਖਾਂ ਵਿੱਚ ਇੱਕ ਵੱਖਰਾ ਜਿਹਾ ਨਸ਼ਾ ਅਤੇ ਚਮਕ ਸੀ। ਕਰਮ ਸਭ ਕੁਝ ਅਣਦੇਖਿਆ ਅਤੇ ਅਣਸੁਣਿਆ ਕਰਕੇ ਸਿਰਹਾਣੇ ਨੂੰ ਜੱਫੀ ਪਾ ਕੇ ਆਪਣੇ ਕੰਬਲ ਵਿੱਚ ਮੂੰਹ ਵਲੇਟ ਕੇ ਪੈ ਗਈ। ਕਰਮ ਦੇ ਮਨ ਵਿੱਚ ਉਸ ਮੁੰਡੇ ਦਾ ਖਿੱਚ ਪਾਉਂਦਾ ਚਿਹਰਾ ਵਾਰ-ਵਾਰ ਨਜ਼ਰ ਆ ਰਿਹਾ ਸੀ। ਬਿੱਲੀਆਂ ਅੱਖਾਂ ਵਿੱਚੋਂ ਉਸ ਮੁੰਡੇ ਨੇ ਕਰਮ ਨੂੰ ਐਸਾ ਤੱਕਿਆ ਕਿ ਉਹ ਆਪਣਾ ਸਭ ਕੁਝ ਉਸ ਪਹਿਲੀ ਨਜ਼ਰ ਨੂੰ ਹਾਰ ਗਈ। ਗੋਰਾ ਮੁਸ਼ਕੀ ਰੰਗ, ਤਿੱਖੇ ਖਿੱਚਵੇਂ ਨਕਸ਼ੇ, ਉੱਚਾ ਲੰਬਾ ਕੱਦ, ਜਿਮ ਲਾ ਕੇ ਸਡੋਲ ਬਣਾਇਆ ਸਰੀਰ, ਫਰਕ ਦੇ ਡੋਲੇ ਅਤੇ ਉਸ ਦੀਆਂ ਅੱਖਾਂ ਜਿਵੇਂ ਉਸਦੇ ਸੋਹਣੇ ਬੁੱਲਾਂ ਦੇ ਬੋਲ ਬੋਲਦੀਆਂ ਹੋਣ। ਬੋਲਣ ਲੱਗਾ ਜਿਵੇਂ ਆਪਣੇ ਬੋਲਾਂ ਵਿੱਚੋਂ ਮਿਸ਼ਰੀ ਘੋਲਦਾ ਹੋਵੇ। ਇੱਕ ਹੀ ਸ਼ਬਦ ਤਾਂ ਬੋਲਿਆ ਸੀ ਉਹਨੇ ਕਰਮ ਨੂੰ, ਹਾਂਜੀ ਕੀ ਸੇਵਾ ਕਰੀਏ ਜੀ। ਉਸ ਤੋਂ ਬਾਅਦ ਕਿਸਨੇ ਕੀ ਬੋਲਿਆ ਅਤੇ ਕੀ ਕਿਹਾ ਕਰਮ ਨੂੰ ਕੱਲ ਤੋਂ ਸੁਣਾਈ ਹੀ ਕਿੱਥੇ ਦੇ ਰਿਹਾ ਸੀ। ਉਹਦੇ ਕੰਨਾਂ ਵਿੱਚ ਤਾਂ ਵਾਰੀ-ਵਾਰੀ ਬਸ ਉਹੀ ਉਸ ਮੁੰਡੇ ਦੇ ਸ਼ਹਿਦ ਵਰਗੇ ਮਿੱਠੇ ਬੋਲ ਗੂੰਜ ਰਹੇ ਸਨ। ਕਰਮ ਨੂੰ ਪਿਆ ਦੇਖ ਕੇ ਪ੍ਰੀਤੀ ਨੇ ਉਹਨੂੰ ਫਿਰ ਤੋਂ ਹਲੂਣਿਆ ਅਤੇ ਉੱਠ ਕੇ ਰੋਟੀ ਖਾਣ ਲਈ ਕਿਹਾ।
ਕਰਮ ਅਤੇ ਪ੍ਰੀਤੀ ਬਹੁਤ ਗੂੜੀਆਂ ਸਹੇਲੀਆਂ ਸਨ, ਭੈਣਾਂ ਵਾਂਗ, ਜਿਸ ਕਰਕੇ ਉਹ ਇੱਕੋ ਬਰਤਨ ਵਿੱਚ ਖਾ ਪੀ ਲੈਂਦੀਆਂ ਸਨ। ਕਰਮ ਨੂੰ ਇਸ ਹਾਲਤ 'ਚ ਦੇਖ ਕੇ ਪ੍ਰੀਤੀ ਦੀ ਕੰਮ ਛੱਡ ਕੇ ਰੋਟੀ ਲੈ ਆਈ, ਪਰ ਕਰਮ ਨੂੰ ਭੁੱਖ ਹੀ ਕਿੱਥੇ ਸੀ। ਚੰਨ ਵਰਗੇ ਉਸ ਗੱਭਰੂ ਦੇ ਚਿਹਰੇ ਨੂੰ ਦੇਖ ਕੇ ਉਹਦੀਆਂ ਭੁੱਖਾਂ ਲੈ ਗਈਆਂ ਸਨ। ਉਹਨੇ ਪ੍ਰੀਤੀ ਤੋਂ ਥਾਲੀ ਫੜ ਕੇ ਪਾਸੇ ਰੱਖੀ ਅਤੇ ਹਾਏ ਪ੍ਰੀਤੀ, ਜੇ ਤੂੰ ਉਹ ਮੁੰਡਾ ਹੁੰਦੀ, ਮੈਂ ਸੱਚੀ ਤੇਰੇ ਨਾਲ ਬੁੱਲੇ ਲੁੱਟਣੇ ਸੀ, ਕਹਿ ਕੇ ਪ੍ਰੀਤੀ ਨੂੰ ਮੱਲੋ ਮੱਲੀ ਬਾਹਾਂ ਵਿੱਚ ਘੁੱਟ ਲਿਆ ਸੀ। ਨੀ ਤੂੰ ਪਰੇ ਮਰ, ਪਾਗਲ ਤਾਂ ਨਹੀਂ ਹੋ ਗਈ? ਦੇਖ ਕਰਮ, ਕਮਲੀ ਨਾ ਬਣ, ਪੜਨ ਆਏ ਆ, ਪੜ੍ਹਾਈ ਕਰ, ਇਹ ਪੁੱਠੀਆਂ ਸਿੱਧੀਆਂ ਗੱਲਾਂ ਵੱਲ ਧਿਆਨ ਨਾ ਦੇ। ਲੈ ਫੜ ਰੋਟੀ ਖਾ, ਫਿਰ ਜਲਦੀ ਨਾਲ ਨਹਾ ਕੇ ਪੜ ਲਈਏ ਕੁਝ ਦੇਰ। ਕਹਿੰਦਿਆਂ ਪ੍ਰੀਤੀ ਨੇ ਖੁਦ ਨੂੰ ਕਰਮ ਦੀਆਂ ਬਾਹਾਂ ਦੇ ਘੇਰੇ ਚੋਂ ਆਜ਼ਾਦ ਕਰਿਆ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ ਪੇਸ਼ ਕਰਾਂਗੇ, ਇਸ ਲਈ ਬਣੇ ਰਹੋ ਰਾਜ ਪੰਜਾਬੀ ਕਹਾਣੀਆਂ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।